मेरी कोई खूबी नहीं, मेरी कोई विशेषता नहीं, जो हैगा ये सब मेरे गुरु दी कृपा है। हाँ, आपा बोल ना जानदा, बोलिया सब हुकमाओ जियो। सो ये ते सारी मेरे गुरु दी कृपा, मैं कुछ नहीं करने वाला। आप जी सारिਆਂ ਦੀ ਜਾਣਕਾਰੀ ਵਾਸਤੇ ਇੱਕ ਵਿਸ਼ੇਸ਼ ਗੱਲ ਦੱਸ ਦੇਵਾਂ ਕਿ सतगुरु राम सिंह सच्चे पातशाह जी वास्ते कवि प्रीतम सिंह जी ने एक पुस्तक लिखी है, आप जी सारिਆਂ ਨੂੰ पढ़न की लोड़ है। इस्त्रियां दा पहला मुक्ति दाता। सतगुरु राम सिंह सच्चे पातशाह ने इस्त्रियां ਨੂੰ ਉੱਪਰ ਚੁੱਕਿਆ, ਉਹਨਾਂ ਨੂੰ बहुत ਵੱਡਾ ਸਥਾਨ ਦਿੱਤਾ। ਸੋ ਉਹਨਾਂ ਦੀ ਕਿਰਪਾ ਨਾਲ, ਉਹਨਾਂ ਦੇ ਹੁਕਮ ਅਨੁਸਾਰ ਹੀ ਮੈਂ ਛੋਟਾ ਛੋਟਾ ਜਿਹਾ ਪ੍ਰਯਤਨ ਕਰ ਰਿਹਾ। ਮੈਂ ਕੌਣ ਆ? ਮੈਂ ਤਾਂ ਇੱਕ ਉਹਨਾਂ ਦਾ ਨਿਮਾਣਾ ਜਿਹਾ ਸੇਵਕ ਹਾਂ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਇਹ ਤਾਂ ਸਤਿਗੁਰੂ ਰਾਮ ਸਿੰਘ ਦੀ ਕਿਰਪਾ ਕਿ ਉਹਨਾਂ ਨੇ ਆਪਣਾ ਸਿੱਖ ਬਣਾ ਕੇ, ਆਪਣੇ ਚਰਨੀ ਲਾ ਕੇ ਮੈਨੂੰ ਨਿਵਾਜਿਆ ਤੇ ਮੇਰੇ ਤੋਂ ਕੋਈ ਸੇਵਾ ਲੈ ਰਹੇ ਨੇ। ਔਰ ਆਪ ਜੀ ਸਾਧ ਸੰਗਤ ਦੀ ਕਿਰਪਾ ਮੇਰੇ ਤੇ ਹੈ ਕਿ ਜਿਹੜਾ ਤੁਸੀਂ ਮੈਨੂੰ ਮਾਣ ਦਿੰਦੇ ਹੋ, ਮੇਰੇ ਕੋਈ ਬੇਨਤੀ ਆਪ ਜੀ ਪ੍ਰਵਾਨ ਕਰ ਦਿਓ, ਇਹ ਤੁਹਾਡੀ ਸਾਧ ਸੰਗਤ ਦੀ ਕਿਰਪਾ। ਮੈਂ ਤਾਂ ਇੱਕ ਨਿਮਾਣਾ ਜਿਹਾ ਸੇਵਕ ਹਾਂ। ਸਾਧ ਸੰਗਤ ਜੀ, ਉਸ ਸਤਿਗੁਰੂ ਰਾਮ ਸਿੰਘ ਦਾ ਇਹ ਪੰਥ ਜਿਹੜਾ ਕਿ ਇਸਤਰੀਆਂ ਦਾ ਪਹਿਲਾ ਮੁਕਤੀ ਦਾਤਾ ਸੀ, ਉਹਦੀ ਕਿਰਪਾ ਨਾਲ ਹੀ ਇਹ ਸਭ ਕੁਝ ਹੋ ਰਿਹਾ। ਮੈਂ ਇਸੇ ਸੰਬੰਧ ਵਿੱਚ ਹੀ ਇੱਕ ਚੀਜ਼ ਫਿਰ ਸਪਸ਼ਟ ਕਰ ਦੇਵਾਂ ਕਿ ਇਸਤਰੀ ਤੇ ਪੁਰਸ਼ ਦੀ ਸਮਾਨਤਾ ਨਹੀਂ ਹੋ ਸਕਦੀ, ਕਿਉਂਕਿ ਪ੍ਰਕਿਰਤੀ ਨੇ ਬਣਾਈ ਹੀ ਨਹੀਂ। ਸਰੀਰ ਵੱਖਰੀ ਵੱਖਰੀ ਤਰ੍ਹਾਂ ਦੇ ਬਣਾਏ ਨੇ, ਸਮਾਨਤਾ ਨਹੀਂ। ਪੁਰਸ਼ ਗਰਭ ਧਾਰਨ ਨਹੀਂ ਕਰ ਸਕਦਾ, ਪੁਰਸ਼ ਬੱਚਿਆਂ ਨੂੰ ਜਨਮ ਨਹੀਂ ਦੇ ਸਕਦਾ। ਇਸੇ ਤਰ੍ਹਾਂ ਹੋਰ ਬੜੀਆਂ ਚੀਜ਼ਾਂ ਨੇ ਜਿਹੜੀਆਂ ਇਸਤਰੀਆਂ ਨਹੀਂ ਕਰ ਸਕਦੀਆਂ। ਸੋ ਸਮਾਨਤਾ ਲਿਆ ਆਖਣ ਦੀ ਬਜਾਏ ਅਸੀਂ ਯੋਗ ਸਤਿਕਾਰ ਦੇ ਕੇ ਉਹਨਾਂ ਨੂੰ ਹਰ ਖੇਤਰ ਵਿੱਚ ਅੱਗੇ ਲਿਆਈਏ। ਇਹਦੇ ਅੱਗੋਂ ਲਾਭ ਨੁਕਸਾਨ ਵੀ ਕਈ ਹੈਗੇ ਨੇ, ਉਹਨਾਂ ਤੇ ਫੇਰ ਗੱਲ ਕਰਾਂਗੇ। ਪਰ ਇੱਕ ਛੋਟੀ ਜੀ ਗੱਲ ਦੱਸ ਦੇਵਾਂ ਕਿ ਜਦੋਂ ਦੋ ਸਮਾਨ ਹਸਤੀਆਂ ਆ ਜਾਣ, ਦੋ ਵਿਦਵਾਨਾਂ ਦੇ ਵਿਚਾਰ ਕਦੀ ਨਹੀਂ ਮਿਲਦੇ ਤੇ ਦੋ ਵਿਦਵਾਨ ਆਮ ਤੌਰ ਤੇ ਇਕੱਠੇ ਨਹੀਂ ਹੋ ਸਕਦੇ। ਜਿਵੇਂ ਸਾਡੇ ਪਿੰਡ ਦੇ ਵਿੱਚ ਜੇ ਦੋ ਸਾਨ ਹੋਣ ਤੇ ਉਹ ਦੋ ਝੋਟੇ ਹੋਣ, ਉਹ ਇੱਕ ਥਾਂ ਇਕੱਠੇ ਨਹੀਂ ਰਹਿੰਦੇ। ਸੋ ਇਸੇ ਤਰ੍ਹਾਂ ਦੋ ਵੱਡੇ ਵਿਦਵਾਨ ਵਿਚਾਰਵਾਨ ਜਿਹੜੇ ਨੇ, ਸੁਤੰਤਰ ਵਿਚਾਰਾਂ ਵਾਲੇ, ਉਹ ਇੱਕ ਥਾਂ ਰਹਿਣੇ ਬੜੇ ਔਖੇ ਹੁੰਦੇ ਨੇ। ਸੋ ਇਹ ਵੀ ਇੱਕ ਸਮੱਸਿਆ ਆ ਰਹੀ ਹੈ ਕਿ ਜਦੋਂ ਇਸਤਰੀ ਵਿਚਾਰਵਾਨ ਹੋ ਕੇ ਆਪਣੇ ਸੁਤੰਤਰ ਵਿਚਾਰ ਦੇਣ ਲੱਗ ਪੈਂਦੀ ਹੈ ਪਤੀ ਦੇ ਬਰਾਬਰ ਤੇ ਉਹਦੇ ਕੰਨ ਵੀ ਕੁਤਰਦੀ ਹੈ ਕਈ ਵਾਰੀ, ਫਿਰ ਉੱਥੇ ਅਣਬਣ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਇਸਤਰੀ ਵੀ ਪੈਸੇ ਕਮਾਉਣ ਲੱਗ ਪੈਂਦੀ ਹੈ ਤੇ ਉਹ ਪਤੀ ਨੂੰ ਕਹਿੰਦੀ ਹੈ ਕਿ ਮੈਂ ਆਪਣੇ ਕਮਾਉਣੀ ਆ, ਤੇਰੇ ਤੋਂ ਦੋ ਵੱਧ ਕਮਾਉਣੀ ਆ, ਮੈਂ ਤੇਰੇ ਤੋਂ ਕੀ ਲੈਣਾ, ਮੈਂ ਤੇਰੇ ਨਾਲ ਕਿਉਂ ਰਹਿਣਾ। ਇਹ ਸਮੱਸਿਆਵਾਂ ਵੀ ਆਉਣ ਲੱਗ ਪਈਆਂ ਨੇ ਤੇ ਇਹਦੇ ਪਿੱਛੇ ਕਾਰਨ ਇਹੋ ਹੀ ਹੈਗਾ ਕਿ ਹੁਣ ਤੱਕ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਵਿਆਹ ਸ਼ਾਦੀਆਂ ਸਿਰੇ ਚੜ੍ਹੇ ਸਨ, ਉਹ ਤਾਂ ਹੀ ਚੜ੍ਹੇ ਸਨ ਕਿ ਇਸਤਰੀ ਜਿਹੜੀ ਸੀ ਉਹ ਕਮਾਊ ਨਹੀਂ ਸੀ, ਉਹ ਸੁਰੱਖਿਅਤ ਨਹੀਂ ਸੀ, ਉਹ ਆਪਣੇ ਆਪ 'ਚ ਸੁਤੰਤਰ ਹੋ ਕੇ ਨਹੀਂ ਸੀ ਰਹਿ ਸਕਦੀ। ਸੋ ਇਹ ਉਹਨਾਂ ਚੀਜ਼ਾਂ ਦੇ ਕੁਝ ਲਾਭ ਨੁਕਸਾਨ ਵੀ ਹੋ ਰਹੇ ਨੇ। ਭਾਵੇਂ ਮੈਂ ਤਾਂ ਕੁੜੀਆਂ ਦਾ ਬਹੁਤ ਵੱਡਾ ਪੱਖੀ ਹਾਂ ਔਰ ਬਚਪਨ ਤੋਂ ਪੱਖੀ ਹਾਂ। ਮੈਂ ਆਪ ਜੀ ਨੂੰ ਇੱਕ ਵਿਸ਼ੇਸ਼ ਤੇ ਅਜੀਬ ਜਿਹੀ ਗੱਲ ਦੱਸ ਦਿੰਦਾ ਕਿ ਜਦੋਂ ਮੇਰੇ ਭੈਣ ਜੀ ਬੀਬਾ ਸਾਹਿਬ ਕੌਰ ਜੀ ਦਾ ਅਵਤਾਰ ਹੋਇਆ ਤੇ ਮੈਂ ਬੜੀ ਖੁਸ਼ੀ ਮਨਾਈ ਤੇ ਮੈਂ ਆਖਿਆ ਭਈ ਇੱਕ ਸੀ ਰਾਂਕਾ, ਇੱਕ ਸੀ ਬਾਂਕਾ ਤੇ ਇੱਕ ਸੀ ਉਹਨਾਂ ਦੀ ਭੈਣ ਰਾਂਕੀ। ਤੇ ਮੈਨੂੰ ਬੇਬੇ ਦਲੀਪ ਕੌਰ ਜੀ ਬਹੁਤ ਨਾਰਾਜ਼ ਹੋਏ।
ਸੋ ਮੇਰਾ ਦੱਸਣ ਦਾ ਭਾਵ ਇਹ ਹੈਗਾ ਕਿ ਮੈਂ ਤਾਂ ਬਚਪਨ ਤੋਂ ਹੀ ਕੁੜੀਆਂ ਦਾ ਪੱਖੀ ਹਾਂ ਤੇ ਅੱਜ ਵੀ ਠੋਕ ਕੇ ਪੱਖੀ ਹਾਂ। ਮੇਰੀਆਂ ਆਪਣੀਆਂ 3 ਧੀਆਂ ਨੇ, ਮੈਂ ਤਿੰਨਾਂ ਤੇ ਹੀ ਲੱਡੂ ਵੰਡੇ ਨੇ। ਲੋਕਾਂ ਨੇ ਮੇਰੇ ਨਾਲ ਅਫਸੋਸ ਕੀਤਾ, ਮੈਂ ਕਿਹਾ ਕੋਈ ਜੰਮਿਆ ਕੋ ਮਰਿਆ ਤੇ ਨਹੀਂ ਹੈਗਾ, ਅਫਸੋਸ ਕਿਹੜੀ ਗੱਲ ਦਾ ਕਰਦੇ ਹੋ ਤੁਸੀਂ? ਕੋਈ ਕਾਣੀ ਨਹੀਂ, ਕੋਈ ਅੰਨੀ ਨਹੀਂ, ਕੋਈ ਲੰਗੜੀ ਨਹੀਂ, ਕੋਈ ਲੂਲੀ ਨਹੀਂ, ਚੰਗੀਆਂ ਭਲੀਆਂ ਸੋਹਣੀਆਂ ਸੁਨੱਖੀਆਂ ਨੇ, ਤੇ ਅਫਸੋਸ ਕਿਹੜੀ ਗੱਲ ਦਾ ਕਰਨਾ? ਸੋ ਇਸ ਕਰਕੇ ਮੈਂ ਕੁੜੀਆਂ ਦਾ ਬਹੁਤ ਵੱਡਾ ਪੱਖੀ ਹਾਂ ਅਤੇ ਉਸ ਕਰਕੇ ਹੀ ਆਪਣੀਆਂ ਧੀਆਂ ਭੈਣਾਂ ਮਾਤਾਵਾਂ ਨੂੰ, ਇਸਤਰੀਆਂ ਨੂੰ ਅੱਗੇ ਲਿਆ ਰਿਹਾ, ਕਿਉਂਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਹੈ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਜਿਹੜੀ ਇਸਤਰੀ ਤੋਂ ਬਿਨਾਂ ਸਾਡਾ ਜੀਵਨ ਚੱਲ ਹੀ ਨਹੀਂ ਸਕਦਾ। ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵਿਆਹੋ, ਭੰਡੋ ਹੋਵੈ ਦੋਸਤੀ, ਭੰਡੋ ਚੱਲੈ ਰਾਹੋ, ਭੰਡ ਬੁਆ ਭੰਡ ਪਾਲੀਐ, ਭੰਡ ਹੋਵੈ ਬੰਧਾਨ। ਸੋ ਕਿਉਂ ਬੰਦਾ ਆਖੀਐ ਜਿਤ ਜੰਮੈ ਰਾਜਾਨ। ਜਿਸ ਇਸਤਰੀ ਤੋਂ ਸਾਡਾ ਜਨਮ ਹੁੰਦਾ, ਜਿਹਦੇ ਨਾਲ ਵਿਆਹ ਹੁੰਦਾ, ਜਿਹਦੇ ਨਾਲ ਹਰ ਪ੍ਰਕਾਰ ਦੇ ਸਾਡੇ ਰਿਸ਼ਤੇ ਬਣਦੇ ਨੇ, ਉਹਨੂੰ ਮਾੜਾ ਕਿਉਂ ਆਖਿਆ ਜਾਵੇ? ਉਸ ਗੁਰੂ ਦੇ ਬਚਨ ਦੀ ਨੀਂਹ ਰੱਖ ਕੇ ਮੈਂ ਇਸਤਰੀਆਂ ਨੂੰ ਅੱਗੇ ਲਿਆਉਣਾ ਚਾਹੁੰਦਾ। ਔਰ ਮੈਂ ਕਹਣਾ, ਮੇਰੀ ਕੀ ਹਸਤੀ ਹੈ ਬਈ? ਇਹ ਤਾਂ ਮੇਰੇ ਗੁਰੂ ਦਾ ਬਚਨ ਹੈ, ਜਿਹਨੂੰ ਮੰਨ ਕੇ ਅੱਗੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜਿਵੇਂ ਕਿਰਪਾ ਕੀਤੀ, ਇਸਤਰੀਆਂ ਨੂੰ ਅੱਗੇ ਲਿਆਂਦਾ, ਇਸਤਰੀਆਂ ਨੂੰ ਅੰਮ੍ਰਿਤ ਛਕਾਇਆ, ਇਸਤਰੀਆਂ ਨੂੰ ਦਾਜ ਦੇ ਚੱਕਰ ਚੋਂ ਬਚਾਇਆ, ਕੁੜੀਆਂ ਮਾਰਨੋਂ ਬਚਾਈਆਂ। ਉਹ ਉਹਨਾਂ ਦੀ ਕਿਰਪਾ ਨਾਲ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਦਿਆਂ, ਉਹਨਾਂ ਦੇ ਹੁਕਮ ਅਨੁਸਾਰ ਮੈਂ ਛੋਟਾ ਜਿਹਾ ਇੱਕ ਕਾਰਜ ਕਰ ਰਿਹਾ, ਜੋ ਆਪ ਜੀ ਦੇ ਸਾਹਮਣੇ ਹੈ। ਸਾਧ ਸੰਗਤ ਜੀ, ਆਪਾਂ ਜਿਸ ਸਮਾਜ ਵਿੱਚ ਰਹਿ ਰਹੇ ਹਾਂ, ਭਾਵੇਂ ਇਸ ਸਮਾਜ ਦੇ ਪੁਰਾਤਨ ਸ਼ਾਸਤਰਾਂ ਵਿੱਚ ਇਸਤਰੀ ਨੂੰ ਬੜਾ ਉੱਚਾ ਸਥਾਨ ਦਿੱਤਾ ਗਿਆ, ਪਰ ਕਈ ਥਾਵਾਂ ਤੇ ਨੀਵਾਂ ਵੀ ਕਿਹਾ ਗਿਆ। ਦੋਵੇਂ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ। ਵਾਸਤਵ ਰੂਪ ਵਿੱਚ ਇਸਤਰੀਆਂ ਦੀ ਪੂਜਾ ਵੀ ਬੜੇ ਥਾਂ ਹੁੰਦੀ ਹੈ, ਕੁਆਰੀਆਂ ਕੁੜੀਆਂ ਦੀ ਪੂਜਾ ਹੁੰਦੀ ਹੈ, ਸਾਡੀਆਂ ਦੇਵੀਆਂ ਦੀ ਪੂਜਾ ਹੁੰਦੀ ਹੈ। ਸੋ ਪਰੰਤੂ ਇਸਤਰੀ ਨੂੰ ਯੋਗ ਅਸਥਾਨ ਆਮ ਸਮਾਜ ਵਿੱਚ ਨਹੀਂ ਮਿਲ ਸਕਿਆ, ਜਿਹੜਾ ਕਿ ਮਿਲਣਾ ਚਾਹੀਦਾ ਸੀ। ਸੋ ਅੱਜ ਆਪਾਂ ਨੂੰ ਉਹ ਸਥਾਨ ਦੇਣ ਦੀ ਲੋੜ ਹੈ, ਅੱਗੇ ਲਿਆਉਣ ਦੀ ਲੋੜ ਹੈ। ਵੈਸੇ ਜੇ ਆਪ ਜੀ ਧਿਆਨ ਨਾਲ ਵਿਚਾਰੋ ਤੇ ਆਪ ਜੀ ਨੂੰ ਬੜਾ ਕੁਝ ਲੱਭੇਗਾ। ਹਾਲਾਂਕਿ ਅਸੀਂ, ਕਿਉਂਕਿ ਸਾਡਾ ਭਾਰਤ ਦੇਸ਼ ਗਰੀਬ ਹੈ, ਤੇ ਅਸੀਂ ਆਪਣੇ ਆਪ ਨੂੰ ਸੱਚੀ ਮੁੱਚੀ ਮਾਨਸਿਕ ਤੌਰ ਤੇ ਵੀ ਗਰੀਬ ਸਮਝ ਬੈਠੇ ਹਾਂ। ਕਿਉਂ? ਕਿਉਂਕਿ ਜਿਹਦੇ ਘਰ ਦਾਣੇ ਉਹਦੇ ਕਮਰੇ ਵੀ ਸਿਆਣੇ, ਤੇ ਜਿਹਦੇ ਭੁੱਖੇ ਉਹਦੇ ਸਿਆਣੇ ਵੀ ਮੂਰਖ। ਆਪਾਂ ਤਾਂ ਸਿਆਣੇ ਹੁੰਦੇ ਹੋਏ ਵੀ ਬੁੱਧੂ ਬਣੇ ਪਏ ਆ, ਕਿਉਂਕਿ ਆਪਣੇ ਆਪ ਨੂੰ ਆਪਾਂ ਹੀ ਬੁੱਧੂ ਸਮਝੀ ਬੈਠੇ ਆ। ਆਪ ਜੀ ਨੂੰ ਪਤਾ ਹੋਣਾ ਚਾਹੀਦਾ ਸਾਧ ਸੰਗਤ ਜੀ ਕਿ ਭਾਰਤ ਦੇਸ਼ ਵਿੱਚ ਜਿਉਂ ਸਾਡਾ ਦੇਸ਼ ਸੁਤੰਤਰ ਹੋਇਆ, ਉਦੋਂ ਤੋਂ ਹੀ ਇਸਤਰੀਆਂ ਨੂੰ ਵੋਟ ਪਾਉਣ ਦਾ ਹੱਕ ਹੈ, ਜਦ ਕਿ ਸਵਿਟਜ਼ਰਲੈਂਡ ਵਰਗੇ ਅਮੀਰ ਦੇਸ਼ ਵਿੱਚ 1976 ਤੋਂ ਬਾਅਦ ਇਸਤਰੀਆਂ ਨੂੰ ਵੋਟਾਂ ਪਾਉਣ ਦਾ ਹੱਕ ਮਿਲਦਾ। ਉਸ ਤੋਂ ਪਹਿਲਾਂ ਉਹਨਾਂ ਨੂੰ ਇਸਤਰੀਆਂ ਨੂੰ ਵੋਟਾਂ ਪਾਉਣ ਦਾ ਹੱਕ ਹੀ ਨਹੀਂ ਸੀ ਹੈਗਾ। ਪਰ ਆਪਾਂ ਤੇ ਆਖਣਾ, ਹਾਂ ਸਵਿਟਜ਼ਰਲੈਂਡ ਦੇ ਲੋਕ ਤੇ ਬਹੁਤ ਸਿਆਣੇ ਨੇ, ਬਹੁਤ ਚੰਗੇ ਨੇ, ਯੂਰਪ ਦੇ ਲੋਕਾਂ ਨੂੰ ਬੜੇ ਹੀ ਉੱਥੇ ਮਾਨਵੀ ਅਧਿਕਾਰ ਬੜੇ ਨੇ, ਇਸਤਰੀਆਂ ਨੂੰ ਬੜੇ ਅਧਿਕਾਰ ਨੇ। ਫਿਰ ਜਿੰਨੇ ਅਮੀਰ ਦੇਸ਼ ਨੇ ਅੱਜ, ਵਿਕਸਿਤ ਡਿਵੈਲਪ ਕੰਟਰੀ ਨੇ, ਉਹਨਾਂ ਵਿੱਚੋਂ ਬਹੁਤਿਆਂ ਦੇਸ਼ਾਂ ਵਿੱਚ ਅੱਜ ਵੀ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਤੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ। ਪਰ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਸਾਨੂੰ ਤੇ ਉਹਨਾਂ ਦੀਆਂ ਗਲਤੀਆਂ ਦਿਸਦੀਆਂ ਹੀ ਨਹੀਂ, ਆਪਾਂ ਨੂੰ ਆਪਣੇ ਭਾਰਤੀਆਂ ਦੀਆਂ ਹੀ ਦਿਸਦੀਆਂ ਨੇ। ਸਾਡੇ ਦੇਸ਼ 'ਚ ਆਹ ਹੋ ਗਿਆ, ਸਾਡੇ ਦੇਸ਼ ਜਨਾਨੀ ਨੂੰ ਆਹ ਹੋ ਗਿਆ, ਆਹ ਹੋ ਗਿਆ। ਸਾਡਾ ਦੇਸ਼ ਕਿਸੇ ਤੋਂ ਮਾੜਾ ਨਹੀਂ, ਸਾਡੇ ਦੇਸ਼ ਦੇ ਲੋਕ ਮਾੜੇ ਨਹੀਂ ਹੈਗੇ, ਪਰੰਤੂ ਜੋ ਸਥਾਨ ਇਸਤਰੀ ਨੂੰ ਚਾਹੀਦਾ ਸੀ ਉਹ ਨਹੀਂ ਮਿਲ ਸਕਿਆ, ਆਪਾਂ ਉਹ ਦੇਣਾ। ਹੁਣ ਅਗਲੀ ਗੱਲ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਸਾਡੀ ਭਾਰਤੀ ਸੰਸਕ੍ਰਿਤੀ ਅਨੁਸਾਰ ਭਗਵਾਨ ਸ੍ਰੀ ਵਿਸ਼ਨੂੰ ਜੀ ਨੂੰ ਪ੍ਰਭੂ ਰੂਪ ਮੰਨਿਆ ਗਿਆ, ਤੇ ਉਹਨਾਂ ਦੇ ਨਾਲ ਸਿੰਘਾਸਨ ਤੇ ਕੌਣ ਹੁੰਦੀ ਹੈ?
ਮਾਤਾ ਲక్ష్ਮੀ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਲਿਖਿਆ ਹੋਇਆ? ਧੰਨ ਧੰਨ ਤੂੰ ਮਾਤਾ ਦੇਵਕੀ। ਦੇਵਕੀ ਮਾਤਾ ਨੂੰ ਧੰਨ ਲਿਖਿਆ। ਫਿਰ ਉਹ ਕੌਣ ਸੀ? ਇੱਕ ਇਸਤਰੀ ਸੀ। ਇਸੇ ਤਰ੍ਹਾਂ ਮਾਤਾ ਸੀਤਾ ਜੀ, ਉਸ ਤੋਂ ਬਾਅਦ ਮਾਤਾ ਤ੍ਰਿਪਤਾ ਜੀ, ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਮਾਤਾ ਸਦਾ ਕੌਰ ਜੀ, ਸਤਿਗੁਰੂ ਪ੍ਰਤਾਪ ਸਿੰਘ ਦੇ ਮਾਤਾ ਜਿਉਣ ਕੌਰ ਜੀ, ਮਾਤਾ ਚੰਦ ਕੌਰ ਜੀ, ਮਾਤਾ ਦਲੀਪ ਕੌਰ ਜੀ। ਇਹ ਸਾਰੀਆਂ ਕੌਣ ਸਨ? ਇੱਕ ਇਸਤਰੀਆਂ ਸਨ। ਤੇ ਬਈ ਜੇ ਇਹ ਸਾਰੀਆਂ ਪੂਜਣ ਯੋਗ ਨੇ ਤਾਂ ਫਿਰ ਬਾਕੀ ਇਸਤਰੀਆਂ ਕਿਉਂ ਨਹੀਂ ਪੂਜਣ ਯੋਗ ਹੈਗੀਆਂ? ਜਾਂ ਉਹ ਮਾੜੀਆਂ ਕਿਉਂ ਨੇ? ਆਪਾਂ ਕਿਉਂ ਆਨੇ ਆ ਕਿ ਉਹ ਤਾਂ ਬੰਦੇ ਦੀ ਜੁੱਤੀ ਹੁੰਦੀ ਹੈ ਪੈਰ ਦੀ। ਜਨਾਨੀਆਂ ਦੀ ਤਾਂ ਗੁੱਤ ਪਿੱਛੇ ਮੱਤ ਹੁੰਦੀ ਹੈ, ਕੋਈ ਆਂਦਾ ਜੁੱਤੀ ਪਿੱਛੇ ਮੱਤ ਹੁੰਦੀ ਹੈ। ਤੇ ਉਹ ਜਾਣੇ ਆ ਵੀ ਮੈਨੂੰ ਕੁੜੀ ਦਾ ਰਿਸ਼ਤਾ ਜ਼ਰੂਰ ਚਾਹੀਦਾ ਜੀ। ਉਦੋਂ ਨਹੀਂ ਅਸੀਂ ਆਂਦੇ ਵੀ ਹਾਂ ਜੁੱਤੀ ਤੋਂ ਕੀ ਕਰਾਉਣਾ, ਸੰਗ ਆਉਣੀ ਚਾਹੀਦੀ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਜਿਹੜੀਆਂ ਇਸਤਰੀਆਂ ਗੁਰੂਆਂ ਨੂੰ, ਰਾਜੇ ਨੂੰ, ਪਰਜਾ ਨੂੰ, ਪੀਰਾਂ ਪੈਗੰਬਰਾਂ ਨੂੰ, ਸਭ ਨੂੰ ਜਨਮ ਦੇਣ ਵਾਲੀਆਂ ਨੇ, ਉਹਨਾਂ ਨੂੰ ਆਪਾਂ ਮਾੜਾ ਕਿਉਂ ਆਨੇ ਆ? ਅਤੇ ਉਸ ਤੋਂ ਅਗਲੀ ਗੱਲ, ਆਪਾਂ ਉਹਨਾਂ ਨੂੰ ਮਾਰਦੇ ਕੁੱਟਦੇ ਕਿਉਂ ਆ? ਕਿਉਂ ਤਾਨੇ ਮਿਹਣੇ ਦਿੰਨੇ ਆ? ਸੋਚਣ ਦੀ ਲੋੜ ਹੈ। ਜੇ ਆਪਾਂ ਇਹ ਕੁਝ ਕਰਦੇ ਆ, ਤਾਨੇ ਮਿਹਣੇ ਦਿੰਨੇ ਆ, ਮਾਰਦੇ ਕੁੱਟਦੇ ਆ, ਮਾੜਾ ਕਹਿੰਦੇ ਆ, ਤੇ ਫਿਰ ਬਈ ਆਪਾਂ ਸਿੱਖ ਕੈਸੇ ਆ? ਜਿਹੜੇ ਸੱਜਣ ਵੀ ਇਸਤਰੀਆਂ ਨੂੰ ਮਾਰਨ ਕੁੱਟਣਗੇ, ਉਹਨਾਂ ਤੇ ਹੱਥ ਚੁੱਕਣਗੇ, ਗਾਲਾਂ ਕੱਢਣਗੇ, ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਦਰਗਾਹ 'ਚ ਕਦੀ ਨਹੀਂ ਬਖਸ਼ੇ ਜਾਣਗੇ। ਇਸ ਕਰਕੇ ਸੰਭਲ ਕੇ ਚੱਲੋ, ਕਿਉਂਕਿ ਸਤਿਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ। ਫਿਰ ਕੀ ਹੈ? ਫਿੱਕਾ ਦਰਗਾਹ ਸੱਟਿਆ, ਦਰਗਾਹ ਚੋਂ ਕੱਢ ਦਿੱਤਾ ਜਾਏਗਾ। ਜਿਹੜਾ ਜਨਾਨੀਆਂ ਨੂੰ ਤਾਨੇ ਮਿਹਣੇ ਦੇਵੇਗਾ ਤੇ ਉਹਨਾਂ ਨੂੰ ਗਾਲਾਂ ਕੱਢੇਗਾ, ਮਾਰਨ ਕੁੱਟਣ ਦੀ ਤੇ ਗੱਲ ਹੀ ਅਗਲੀ ਹੈ। ਤੇ ਬਈ ਇਹਦੇ ਨਾਲ ਸਾਧ ਸੰਗਤ ਜੀ, ਧੀਓ ਭੈਣੋ, ਦੂਸਰੀ ਗੱਲ ਵੀ ਹੈ ਕਿ ਜੇ ਜਨਾਨੀਆਂ ਵੀ ਪਤੀ ਨੂੰ ਸੂਲੀ ਤੇ ਟੰਗ ਕੇ ਰੱਖਣਗੀਆਂ ਤੇ ਫਿਰ ਬਖਸ਼ੀਆਂ ਉਹ ਵੀ ਨਹੀਂ ਜਾਣਗੀਆਂ। ਕੁੱਟ ਖਾਣ ਦਾ ਥਾਂ ਜੇ ਉਹ ਆਪੇ ਹੀ ਬਣਾਉਣਗੀਆਂ ਤੇ ਬਖਸ਼ੀਆਂ ਉਹ ਵੀ ਨਹੀਂ ਜਾਣਗੀਆਂ। ਸਮਾਈ ਤਾਂ ਦੋਹੀਂ ਪਾਸੇ ਹੁੰਦੀ ਹੈ। ਸੋ ਇਸ ਕਰਕੇ ਇਸਤਰੀਆਂ ਨੂੰ ਅੱਗੇ ਲਿਆਓ, ਆਪਣੀਆਂ ਧੀਆਂ ਭੈਣਾਂ ਨੂੰ ਵੱਧ ਤੋਂ ਵੱਧ ਪੜ੍ਹਾਓ ਅਤੇ ਉਹਨਾਂ ਨੂੰ ਹਰ ਖੇਤਰ ਵਿੱਚ ਅੱਗੇ ਲਿਆਓ।